ਨਾਮ ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਸਾਹਿਬ ਜੀਓ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਏ ਹੋਆ ਸਮਾਓ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਏ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਚਰਨ ਸ਼ਰਨ ਵਿਖੇ ਰਾਤਰੀ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਤਿਕਾਰ ਸਨਮਾਨਯੋਗ ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਹਨ। ਸਾਨੂੰ ਅਗਿਆਨੀ ਭੁੱਲੇ ਭਟਕੇ ਜੀਵਾਂ ਨੂੰ ਆਪਣੀ ਪਾਵਨ ਗੋਦ ਦੀ ਦਾਤ, ਹਜ਼ੂਰੀ ਚਰਨ ਸ਼ਰਨ ਦੀ ਦਾਤ ਬਖਸ਼ੀ ਹੈ ਔਰ ਗੁਰੂ ਕੇ ਦਰਬਾਰ ਦਾ ਆਨੰਦ ਰਸ ਮਾਣਦੇ ਹੋਏ ਆਪ ਜੀ ਗੁਰਬਾਣੀ ਦੇ ਨਾਲ ਜੁੜੇ ਹੋ ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਨੇ ਰੱਬੀ ਬਾਣੀ, ਇਲਾਹੀ ਪਾਵਨ ਬਾਣੀ ਦੇ ਅੰਮ੍ਰਿਤਮਈ ਸ਼ਬਦ ਕੀਰਤਨ ਦੇ ਨਾਲ ਆਪ ਜੀ ਨੂੰ ਨਿਹਾਲ ਕੀਤਾ ਹੈ, ਤ੍ਰਿਪਤ ਕੀਤਾ ਹੈ। ਉਪਰੰਤ ਗੁਰਬਾਣੀ ਵਿਚਾਰ ਦੀ ਜੋ ਇੱਕ ਲੜੀ ਸਤਿਗੁਰੂ ਜੀ ਦੀ ਰਹਿਮਤ ਕਿਰਪਾ ਸਦਕਾ ਆਰੰਭੀ ਗਈ ਹੈ, ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਅੰਮ੍ਰਿਤਮਈ ਬਾਣੀ ਆਨੰਦ ਸਾਹਿਬ ਦੀ ਵਿਚਾਰ, ਇਸ ਪਾਵਨ ਪਵਿੱਤਰ ਬਾਣੀ ਦੀ 25 ਨੰਬਰ ਪੌੜੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ ਔਰ ਇਸ ਪੌੜੀ ਅੰਦਰ ਸਤਿਗੁਰੂ ਜੀ ਗੁਰੂ ਕੇ ਸ਼ਬਦ ਰੂਪੀ ਰਤਨ ਦੀ ਗੱਲ ਕਰ ਰਹੇ ਨੇ। ਔਰ ਕਿਉਂਕਿ ਇਹ ਬਾਣੀ ਆਨੰਦ ਤੇ ਕੇਂਦਰਿਤ ਹੈ, ਆਨੰਦ ਅਵਸਥਾ ਤੱਕ ਪਹੁੰਚਣ ਦੀ ਵਿਚਾਰ ਸਤਿਗੁਰੂ ਨੇ ਇਸ ਪੌੜੀ 'ਚ ਬਖਸ਼ੀ ਹੈ। ਆਨੰਦ ਅਵਸਥਾ ਤੱਕ ਪਹੁੰਚਣ ਦੀਆਂ ਇਹ ਪੌੜੀਆਂ ਹਨ ਜਿਨ੍ਹਾਂ ਨੂੰ ਲਗਾਤਾਰ ਚੜ੍ਹਦਿਆਂ ਚੜ੍ਹਦਿਆਂ ਅਸੀਂ ਆਨੰਦ ਅਵਸਥਾ ਤੱਕ ਪਹੁੰਚਣਾ ਹੈ, ਪਹੁੰਚ ਸਕਦੇ ਹਾਂ।
ਔਰ ਉਹਦੇ ਲਈ ਗੁਰੂ ਕੇ ਸ਼ਬਦ ਦਾ ਸਹਾਰਾ, ਸ਼ਬਦ ਦੀ ਅਗਵਾਈ, ਸ਼ਬਦ ਦਾ ਗਿਆਨ, ਸ਼ਬਦ ਦਾ ਧਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਪਿਛਲੀਆਂ 2 ਪੌੜੀਆਂ 'ਚ ਵੀ ਸਤਿਗੁਰੂ ਜੀ ਨੇ ਗੁਰਬਾਣੀ, ਗੁਰ ਸ਼ਬਦ ਦੀ ਗੱਲ ਕੀਤੀ ਹੈ। ਪ੍ਰਥਮ ਸਤਿਗੁਰੂ ਨੇ ਇਹ ਰਹਿਮਤ ਕਰਕੇ ਸਾਨੂੰ ਸਮਝਾਇਆ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਆਓ ਸੱਚੀ ਬਾਣੀ ਦੇ ਨਾਲ ਜੁੜੋ, ਗੁਰਬਾਣੀ ਦੇ ਨਾਲ ਜੁੜੋ। ਫਿਰ ਅੱਗੇ ਮਹਾਰਾਜ ਕਹਿਣ ਲੱਗੇ, ਕਿਉਂਕਿ ਹੁਣ ਇਸ ਰਸਤੇ ਤੇ ਤੁਸੀਂ ਚੱਲ ਰਹੇ ਹੋ ਤੇ ਹੋ ਸਕਦਾ ਹੈ ਕੱਲ੍ਹ ਨੂੰ ਕੋਈ ਤੁਹਾਨੂੰ ਭਟਕਾਉਣ ਦੇ ਲਈ ਬਾਣੀ ਵਰਗਾ ਕੋਈ ਵਿਖਾਵਾ ਕਰੇ। ਇਸ ਕਰਕੇ ਬਹੁਤ ਸੁਚੇਤ ਹੋ ਕੇ ਚੱਲਣਾ ਹੈ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕੱਚੀ ਤੇ ਸੱਚੀ ਬਾਣੀ ਦਾ ਜਿਹੜਾ ਅੰਤਰ ਹੈ ਉਹਨੂੰ ਸਮਝ ਕੇ ਚੱਲਣਾ ਹੈ, ਭਾਵ ਬੜਾ ਸੁਚੇਤ ਹੋ ਕੇ ਚੱਲਣਾ ਹੈ ਤਾਂ ਕਿ ਭਟਕ ਨਾ ਸਕੀਏ। ਕੋਈ ਸੱਚੀ ਬਾਣੀ ਦੇ ਬਰਾਬਰ ਕੋਈ ਕੱਚੀ ਗੱਲ ਕਰਕੇ ਸਾਨੂੰ ਕਿਸੇ ਹੋਰ ਪਾਸੇ ਭਟਕਾ ਕੇ ਉਂਗਲ ਲਗਾ ਕੇ ਨਾ ਲੈ ਜਾਏ। ਸੱਚੀ ਬਾਣੀ ਦੇ ਨਾਲ ਜੁੜਨਾ ਹੈ। ਔਰ ਉਸੇ ਵਿਚਾਰ ਨੂੰ ਅੱਗੇ ਤੋਰਦੇ ਹੋਏ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਸੱਚੀ ਬਾਣੀ, ਗੁਰ ਸ਼ਬਦ ਦੀ ਜੋ ਮਹਾਨਤਾ ਹੈ ਉਹਦੇ ਬਾਰੇ ਸਮਝਾ ਰਹੇ ਨੇ ਕਿ ਗੁਰੂ ਦਾ ਸ਼ਬਦ ਰਤਨ ਹੈ। ਜਿਹੜਾ ਸ਼ਬਦ ਰੂਪੀ ਰਤਨ ਵਾਹਿਗੁਰੂ ਦੇ ਨਾਮ ਰੂਪੀ ਹੀਰੇ ਦੇ ਨਾਲ ਜੜਿਆ ਹੈ, ਗੁਣਾਂ ਤੇ ਚੰਗਿਆਈਆਂ ਦੇ ਨਾਲ ਜੁੜਿਆ ਹੈ ਸਾਡੇ ਲਈ। ਕਿਉਂਕਿ ਸ਼ਬਦ ਗੁਰੂ ਹੈ, ਬਾਣੀ ਗੁਰੂ ਹੈ ਤੇ ਉਹ ਰੱਬੀ ਬਾਣੀ ਦੀ ਜਿਹੜੀ ਵਡਿਆਈ ਹੈ ਉਹਦੀ ਸਮਝ ਸਾਨੂੰ ਜ਼ਰੂਰ ਹੋਣੀ ਚਾਹੀਦੀ ਹੈ। ਔਰ ਇਸ ਬਾਣੀ ਦੀ ਜਿਹੜੀ ਮਹਾਨਤਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਲ ਦੀ ਨਾਲ ਸਾਨੂੰ ਸਮਝਾਈ ਵੀ ਹੈ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜਾਂ ਮਹਾਰਾਜ ਜੀ ਦੇ ਬਚਨ ਹਨ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਪਾਤਸ਼ਾਹ ਜੀ ਦੇ ਬਚਨ ਹਨ, ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਗੁਰੂ ਦੀ ਬਾਣੀ ਇਸ ਜਗਤ ਅੰਦਰ, ਸੰਸਾਰ ਅੰਦਰ ਸਹੀ ਰੂਪ ਦੇ ਵਿੱਚ ਚਾਨਣ ਮੁਨਾਰਾ ਹੈ। ਦੇਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਪਜੀ ਸਾਹਿਬ ਵਿੱਚ ਸ਼ਬਦ ਦੀ, ਅੱਖਰਾਂ ਦੀ ਜਿਹੜੀ ਮਹਾਨਤਾ ਹੈ ਉਹਦਾ ਗਿਆਨ ਸਾਨੂੰ ਬਖਸ਼ਦੇ ਹੋਏ ਬਚਨ ਕੀਤੇ ਹਨ ਕਿ ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ। ਅਸੰਖਾਂ ਉਹਦੇ ਨਾਮ ਥਾਮ ਹਨ। ਮਹਾਰਾਜ ਕਹਿੰਦੇ ਉਹ ਵਾਹਿਗੁਰੂ ਦੀ ਵਡਿਆਈ ਕਰਦਿਆਂ ਅਸੀਂ ਅਸੰਖ ਸ਼ਬਦ ਵਰਤਦੇ ਹਾਂ, ਪਰ ਅਸਲ ਦੇ ਵਿੱਚ ਜਿੰਨਾ ਵੱਡਾ ਉਹ ਵਾਹਿਗੁਰੂ ਹੈ ਨਾ, ਕੱਲ ਵੀ ਆਪਾਂ ਗੱਲ ਕੀਤੀ ਸੀ, ਜਿਹਬਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ। ਸਾਡੇ ਕੋਲ ਇੱਕ ਜ਼ੁਬਾਨ ਹੈ, ਉਹਦੇ ਗੁਣ ਅਨੇਕਾਂ ਹਨ। ਸਾਡੇ ਕੋਲ ਸਾਡੇ ਗਿਆਨ ਦੀ ਇੱਕ ਸੀਮਾ ਹੈ, ਪਰ ਅਕਾਲ ਪੁਰਖ ਅਸੀਮ ਹੈ, ਉਹਦੀ ਕੋਈ ਸੀਮਾ ਨਹੀਂ ਹੈ। ਇਹ ਨਹੀਂ ਕਿ ਕਿਸੇ ਨੇ 2-4 ਘੰਟੇ ਅਕਾਲ ਪੁਰਖ ਦੇ ਸਬਜੈਕਟ ਤੇ ਕੋਈ ਵਿਖਿਆਨ ਕੀਤਾ, ਕੋਈ ਲੈਕਚਰ ਕੀਤਾ, ਕੋਈ ਕਥਾ ਕੀਤੀ ਤੇ ਉਹ ਕਵੇ ਕਿ ਮੈਂ ਇੰਨੇ ਸਮੇਂ ਦੇ ਉਸ ਲੈਕਚਰ ਵਿਖਿਆਨ ਦੇ ਵਿੱਚ ਅਕਾਲ ਪੁਰਖ ਦਾ ਜਿਹੜਾ ਸਬਜੈਕਟ ਹੈ, ਕਨਸੈਪਟ ਹੈ, ਉਹਨੂੰ ਕੰਪਲੀਟ ਕਰ ਦਿੱਤਾ, ਸਾਰਾ ਕੁਝ ਕਹਿ ਦਿੱਤਾ ਹੈ। ਨਹੀਂ, ਉਹ ਕਿਹਾ ਨਹੀਂ ਜਾ ਸਕਦਾ ਹੈ। ਮਹਾਰਾਜ ਕਹਿੰਦੇ ਉਹਦੀ ਵਡਿਆਈ ਕਰਦਿਆਂ ਅਸੰਖ ਲਫ਼ਜ਼ ਅਸੀਂ ਵਰਤਦੇ ਹਾਂ, ਪਰ ਅਸਲ ਦੇ ਵਿੱਚ ਕੀ ਹੈ, ਅਸੰਖ ਕਹਿ ਸਿਰ ਭਾਰ ਹੋਏ।
ਅਸੰਖ ਲਫ਼ਜ਼ ਵੀ ਜਿੱਡਾ ਵੱਡਾ ਅਕਾਲ ਪੁਰਖ ਹੈ ਉਹਦੇ ਸਾਹਮਣੇ ਬੜਾ ਛੋਟਾ ਜਿਹਾ ਸ਼ਬਦ ਹੈ। ਪਰ ਮਹਾਰਾਜ ਕਹਿੰਦੇ ਕਰੀਏ ਕੀ? ਹੁਣ ਸਾਡੇ ਕੋਲ ਇਦੋਂ ਵੱਡਾ ਕੋਈ ਸ਼ਬਦ ਹੈ ਹੀ ਨਹੀਂ ਹੈ, ਅਸੀਂ ਵਰਤ ਕਿੱਥੋਂ ਲਈਏ? ਸਾਡੇ ਕੋਲ ਤੇ ਜੋ ਵੱਡੇ ਤੋਂ ਵੱਡਾ ਸੀ ਅਸੀਂ ਵਰਤ ਲਿਆ। ਸਾਡੇ ਕੋਲ ਤੇ ਬਸ ਇਹੀ ਅੱਖਰ ਹਨ, ਸ਼ਬਦ ਹਨ। ਅੱਖਰਾਂ ਸ਼ਬਦਾਂ ਦੇ ਸਹਾਰੇ ਹੀ ਸਾਡੀ ਸਾਰੀ ਦੀ ਸਾਰੀ ਵੇਖੋ ਜੀਵਨ ਦੀ ਖੇਡ ਚੱਲਦੀ ਹੈ। ਅੱਖਰੀ ਨਾਮ ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ। ਸਭ ਅੱਖਰਾਂ ਦੀ ਖੇਡ ਹੈ, ਸ਼ਬਦਾਂ ਦੀ ਖੇਡ ਹੈ। ਈਵਨ ਜਿਹੜੇ ਕੰਪਿਊਟਰ ਤੇ ਵੀ ਪ੍ਰੋਗਰਾਮ ਚੱਲਦੇ ਹਨ, ਬੱਚੇ ਬੈਠੇ ਨੇ, ਉਹ ਵੀ ਅਸਲ ਦੇ ਵਿੱਚ ਪਿੱਛੇ ਸਭ ਅੱਖਰਾਂ ਸ਼ਬਦਾਂ ਦੀ ਖੇਡ ਹੁੰਦੀ ਹੈ। ਉਹ ਉਹਨਾਂ ਅੱਖਰਾਂ ਦੇ ਨਾਲ ਹੀ ਉਹ ਭਾਵੇਂ ਕੋਈ ਐਪ ਹੈ, ਕੋਈ ਸੌਫਟਵੇਅਰ ਹੈ, ਸਭ ਅੱਖਰਾਂ ਸ਼ਬਦਾਂ ਦੇ ਜੋੜ ਦੇ ਨਾਲ ਹੀ ਉਹ ਚੀਜ਼ਾਂ ਕ੍ਰੀਏਟ ਹੁੰਦੀਆਂ ਹਨ। ਉਹਦੀ ਲੈਂਗੁਏਜ ਹੈ ਕੰਪਿਊਟਰ ਸਿਸਟਮ ਦੀ। ਗੱਲ ਸਾਰੀ ਅੱਖਰਾਂ ਸ਼ਬਦਾਂ ਦੀ। ਮਹਾਰਾਜ ਕਹਿੰਦੇ ਕਿਸੇ ਦਾ ਨਾਮ ਰੱਖਣਾ ਹੈ, ਬੁਲਾਉਣਾ ਹੈ, ਉਹੀ ਅੱਖਰ। ਕਿਸੇ ਦੀ ਸਿਫਤ ਕਰਨੀ ਹੈ ਤਾਂ ਅੱਖਰ। ਕਿਸੇ ਦੀ ਨਿੰਦਿਆ ਵੀ ਕਰਨੀ ਹੈ, ਅੱਖਰ ਉਹੀ ਨੇ, ਬਸ ਅੱਖਰ ਹੀ ਅੱਗੇ ਪਿੱਛੇ ਹੁੰਦੇ ਹਨ। ਜਿਵੇਂ ਉਹ ਮਹਾਰਾਜ ਜੀ ਦੇ ਭਾਈ ਗੁਰਦਾਸ ਜੀ ਦੇ ਬਚਨ ਵੀ ਹਨ ਕਿ ਇਕਤ ਨੁਕਤੇ ਜਾਣੀਏ ਮਹਿਰਮ ਮੁਜਰਮ ਖੈਰ ਖੁਵਾਰੀ। ਬਸ ਉਹ ਥੋੜ੍ਹੇ ਬਹੁਤੇ ਅੱਖਰਾਂ ਸ਼ਬਦਾਂ ਦੀ ਫਰਕ ਹੁੰਦਾ ਹੈ। ਕਿਸੇ ਦੀ ਸਿਫਤ, ਕਿਸੇ ਦੀ ਵਡਿਆਈ, ਕਿਸੇ ਨੂੰ ਮਹਿਰਮ ਕਹਿਣ, ਕਿਸੇ ਨੂੰ ਮੁਜਰਮ ਕਹਿਣ ਦੇ ਵਿੱਚ। ਹੁਣ ਵੇਖੋ ਗੱਲ ਸਾਰੀ ਅੱਖਰਾਂ ਸ਼ਬਦਾਂ ਦੇ ਸਹਾਰੇ ਹੈ। ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਹੈ, ਕਿਧਰੇ ਉਹ ਬੋਰਡ ਲੱਗੇ ਹਨ, ਆਪਾਂ ਅੱਖਰ ਸ਼ਬਦ ਸਾਈਨ ਬੋਰਡ ਪੜ੍ਹ ਲੈਂਦੇ ਹਾਂ ਤਾਂ ਜਾਂਦੇ ਹਾਂ। ਕਿਧਰੇ ਅਸੀਂ ਕਿਸੇ ਕੋਲੋਂ ਪੁੱਛ ਲਿਆ, ਉਹਨੇ ਕਿਸੇ ਨੇ ਬੋਲ ਕੇ ਦੱਸ ਦਿੱਤਾ, ਕਿਧਰੇ ਲਿਖਿਆ ਹੈ, ਅਸੀਂ ਉਹਨੂੰ ਪੜ੍ਹ ਕੇ ਚਲੇ ਜਾਂਦੇ ਹਾਂ। ਗੱਲ ਤਾਂ ਅੱਖਰਾਂ ਤੇ ਸ਼ਬਦਾਂ ਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਸਾਰਾ ਕੁਝ ਅੱਖਰਾਂ ਸ਼ਬਦਾਂ ਦੀ ਖੇਡ ਹੈ, ਪਰ ਇੱਕ ਉਹ ਅੱਖਰ, ਇੱਕ ਉਹ ਸ਼ਬਦ ਹਨ, ਇੱਕ ਅੱਖਰ ਤੇ ਉਹ ਹਨ ਜਿਹੜੇ ਅਸੀਂ ਪੁੱਛਦੇ ਹਾਂ, ਪੜ੍ਹਦੇ ਹਾਂ। ਦੁਨਿਆਵੀ ਤੌਰ ਤੇ ਇੱਕ ਮੰਜ਼ਿਲ ਤੇ ਪਹੁੰਚਣ ਦਾ ਸਾਨੂੰ ਰਸਤਾ ਪਤਾ ਲੱਗ ਜਾਂਦਾ ਹੈ। ਜੀ ਹਾਂ, ਅੰਮ੍ਰਿਤਸਰ ਜਾਣਾ ਹੈ, ਇਹ ਰਸਤਾ ਹੈ, ਦਿੱਲੀ ਜਾਣਾ ਹੈ, ਇਹ ਰਸਤਾ ਹੈ। ਪਰ ਇੱਕ ਅੱਖਰ ਸ਼ਬਦ ਉਹ ਹਨ ਜਿਹੜੇ ਸਾਨੂੰ ਸੰਸਾਰ ਤੋਂ ਨਿਰੰਕਾਰ ਤੱਕ ਖੜਨ ਵਾਲੇ ਹਨ। ਇੱਕ ਅੱਖਰ ਸ਼ਬਦ ਉਹ ਹਨ ਜਿਹੜੇ ਸਾਡੇ ਜੀਵਨ ਦੇ ਸਮੁੱਚੇ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਕੇ ਗਿਆਨ ਦਾ ਚਾਨਣ ਕਰ ਦਿੰਦੇ ਹਨ। ਇੱਕ ਅਨਪੜ੍ਹ ਤੇ ਇੱਕ ਪੜ੍ਹੇ ਲਿਖੇ 'ਚ ਫਰਕ ਕੀ ਹੈ? ਉਹਦੇ ਕੋਲ ਅੱਖਰਾਂ ਦਾ ਗਿਆਨ ਹੈ, ਉਹਦੇ ਕੋਲ ਅੱਖਰਾਂ ਦਾ ਗਿਆਨ ਨਹੀਂ ਹੈ। ਉਹ ਅਨਪੜ੍ਹ ਹੈ, ਨਹੀਂ ਪਤਾ ਹੈ। ਇੱਕ ਸ਼ਬਦ ਵਰਤਿਆ ਜਾਂਦਾ ਹੈ ਪੇਂਡੂ ਗਵਾਰ। ਗਵਾਰ ਸ਼ਬਦ ਦਾ ਮਤਲਬ ਕੀ ਹੈ? ਜਿਹਦੀ ਸੋਚ ਕੇਵਲ ਪਿੰਡ ਤੱਕ ਸੀਮਤ ਹੈ, ਕਿਉਂਕਿ ਪਿੰਡ 'ਚ ਫਿਰਦਾ ਹੈ। ਹਾਂ, ਪਿੰਡ ਬਾਰੇ ਉਹਦੇ ਕੋਲ ਜਾਣਕਾਰੀ ਹੈ, ਉਦੋਂ ਬਾਹਰ ਦਾ ਉਹਨੂੰ ਕੋਈ ਗਿਆਨ ਨਹੀਂ ਹੈ, ਕਿਉਂਕਿ ਜਿਨ੍ਹਾਂ ਸਾਧਨਾਂ ਦੇ ਨਾਲ ਗਿਆਨ ਹਾਸਲ ਹੋਣਾ ਸੀ ਅੱਖਰ ਸ਼ਬਦ ਉਹ ਉਹਨੇ ਪੜ੍ਹੇ ਹੀ ਨਹੀਂ ਹਨ, ਜਿਸ ਕਰਕੇ ਉਹਦੀ ਸੋਚ ਸੀਮਤ ਹੈ। ਮਹਾਰਾਜ ਕਹਿੰਦੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਉਹ ਸਾਡੇ ਜਗਤ ਦੇ ਜੀਵਾਂ ਦੇ ਲਈ ਚਾਨਣ ਮੁਨਾਰਾ ਹੈ, ਪ੍ਰਕਾਸ਼ ਦਾ ਸਾਧਨ ਹੈ, ਜਿਹਦੇ ਰਾਹੀਂ ਸਾਡੇ ਅੰਦਰ ਦਾ ਹਨੇਰਾ ਮੁੱਕਦਾ ਹੈ, ਸਾਡੀ ਅਗਿਆਨਤਾ ਮੁੱਕਦੀ ਹੈ, ਜਿਹਦੇ ਰਾਹੀਂ ਅਸੀਂ ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚ ਸਕਦੇ ਹਾਂ, ਪਰਮੇਸ਼ਰ ਤੱਕ ਪਹੁੰਚ ਸਕਦੇ ਹਾਂ। ਫਿਰ ਪਾਤਸ਼ਾਹ ਹੋਰ ਬਾਣੀ ਦੀ, ਅੱਖਰਾਂ ਸ਼ਬਦਾਂ ਦੀ, ਗੁਰਬਾਣੀ ਦੀ ਵਡਿਆਈ ਦੀ ਸਮਝ ਸਾਨੂੰ ਬਖਸ਼ਦਿਆਂ ਕਹਿੰਦੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਉਹ ਜੇ ਰਤਨਾਂ ਦੇ ਐਨ ਸਿਰਮੌਰ ਰਤਨ ਪਰਮੇਸ਼ਰ ਤੱਕ ਪਹੁੰਚਣਾ, ਉਹ ਵਾਹਿਗੁਰੂ ਬਾਰੇ ਜਾਣਨਾ ਹੈ, ਤੇ ਫਿਰ ਕਿਹਨਾਂ ਨੂੰ ਉਹਦੀ ਸਮਝ ਪੈਂਦੀ ਹੈ? ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਸੁਣ ਵਡਭਾਗੀਆ ਹਰ ਅੰਮ੍ਰਿਤ ਬਾਣੀ ਰਾਮ, ਜਿਨ ਕੋ ਕਰਮ ਲਿਖੀ ਤਿਨ ਹਿਰਦੈ ਸਮਾਣੀ ਰਾਮ। ਜਿਨ੍ਹਾਂ ਦੇ ਚੰਗੇ ਭਾਗ, ਉਹਨਾਂ ਦੇ ਹਿਰਦੇ 'ਚ ਗੁਰੂ ਕਾ ਸ਼ਬਦ ਗਿਆਨ ਉਪਦੇਸ਼ ਵਸ ਜਾਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ
ਆਨੰਦ ਸਾਹਿਬ ਦੀ 25 ਨੰਬਰ ਪੌੜੀ ਅੰਦਰ ਸਾਨੂੰ ਸਮਝਾ ਰਹੇ ਨੇ ਕਿ ਗੁਰ ਸ਼ਬਦ ਦੀ ਵਡਿਆਈ ਕੀ ਹੈ। ਸ਼ਬਦ ਤਾਂ ਹੈ ਨਾ, ਸੰਸਾਰੀ ਜੀਵਨ ਦੇ ਵਿੱਚ ਵੀ ਅੱਖਰ ਪੜ੍ਹਦੇ ਹਾਂ, ਅੱਖਰਾਂ ਦੇ ਨਾਲ ਹੀ ਸਾਰੀ ਦੀ ਸਾਰੀ ਖੇਡ ਚੱਲਦੀ ਹੈ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਸਾਰਾ ਕੁਝ ਅੱਖਰਾਂ ਸ਼ਬਦਾਂ ਦੀ ਖੇਡ ਹੈ। ਪਰ ਉਹ ਜਿਹੜੇ ਅੱਖਰ, ਜਿਹੜੇ ਸ਼ਬਦ, ਜਿਹੜੇ ਬੋਲ ਅਲਫਾਜ਼ ਗੁਰੂ ਸਾਹਿਬਾਨਾਂ ਨੇ ਸਾਨੂੰ ਬਖਸ਼ਿਸ਼ ਕੀਤੇ ਨੇ ਬਾਣੀ ਰੂਪ ਦੇ ਵਿੱਚ, ਜਿਨ੍ਹਾਂ ਨੂੰ ਕਿਹਾ ਗਿਆ ਕਿ ਇਹ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਜਿਨ੍ਹਾਂ ਬਾਰੇ ਕਿਹਾ ਗਿਆ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਉਹ ਜਿਹੜੀ ਸਤਿਗੁਰ ਕੀ ਬਾਣੀ ਸਤ ਸਤ ਹੈ, ਉਹ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਗੁਰੂ ਦਾ ਸ਼ਬਦ ਬੜਾ ਅਮੋਲਕ ਰਤਨ ਹੈ, ਜਿਹਦੇ 'ਚ ਗੁਣ ਹਨ, ਜਿਹਦੇ 'ਚ ਪਰਮਾਤਮਾ ਦਾ ਨਾਮ ਰੂਪੀ ਹੀਰਾ ਹੈ। ਅਸੀਂ ਪਰਮੇਸ਼ਰ ਦਾ ਨਾਮ ਗਿਆਨ ਪ੍ਰਾਪਤ ਕਰਨਾ ਹੈ, ਗੁਰਬਾਣੀ 'ਚੋਂ ਮਿਲਦਾ ਹੈ। ਇਸ ਬਾਣੀ ਤੇ ਨਾਮ ਪਾਏਂਦਾ। ਅਸੀਂ ਚੰਗੇ ਗੁਣਾਂ ਨੂੰ ਸਿੱਖਣਾ ਹੈ, ਉਹ ਗੁਰੂ ਕੀ ਬਾਣੀ 'ਚੋਂ ਸਿੱਖ। ਗੱਲ ਹੈ ਬਾਣੀ ਦੇ ਨਾਲ ਜੁੜ ਜਾਣ ਦੀ। ਤੇ ਜਿਹੜੀ ਗੱਲ ਕਬੀਰ ਸਾਹਿਬ ਕਹਿੰਦੇ ਹਨ ਕਿ ਕਹੋ ਕਬੀਰ ਗੂੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ, ਜਾਂ ਫਿਰ ਜਿਨ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਠਿਆਈ। ਸਮਝ ਉਹਦੀ 'ਚ ਗੱਲ ਪੈਂਦੀ ਹੈ ਜਿਹੜਾ ਬਾਣੀ 'ਚ ਐਨ ਰਚ ਮਚ ਜਾਂਦਾ ਹੈ, ਜਿਹਦੀ ਰਸਨਾ 'ਚ ਗੁਰੂ ਦਾ ਸ਼ਬਦ, ਜਿਹਦੇ ਸ਼ਰਵਣਾ 'ਚ ਗੁਰੂ ਦਾ ਸ਼ਬਦ, ਜਿਹਦੇ ਹਿਰਦੇ 'ਚ ਗੁਰੂ ਦਾ ਸ਼ਬਦ, ਜਿਹੜਾ ਅੰਦਰ ਤੇ ਬਾਹਰ ਤੋਂ ਸ਼ਬਦ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਨਾ, ਉਹਨੂੰ ਪਤਾ ਲੱਗਦਾ ਹੈ ਕਿ ਇਸ ਬਾਣੀ ਦੇ ਵਿੱਚ ਕਿੰਨੇ ਕੀਮਤੀ ਰਤਨ ਹਨ, ਕਿੰਨਾ ਅਮੋਲਕ ਮਾਲਕ ਦਾ ਨਾਮ ਰੂਪੀ ਹੀਰਾ ਹੈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ ਕਿ ਸਾਗਰ ਦੀਆਂ ਗਹਿਰਾਈਆਂ ਦੇ ਵਿੱਚ ਬੜੇ ਕੀਮਤੀ ਰਤਨ ਨੇ, ਪਰ ਮਿਲਦੇ ਉਹਨੂੰ ਨੇ ਜਿਹੜਾ ਗਹਿਰਾਈ ਤੱਕ ਉਤਰਦਾ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵ। ਬਾਣੀ 'ਚ ਸਾਰੀਆਂ ਹੀ ਦਾਤਾਂ ਹਨ, ਪਰ ਪ੍ਰਾਪਤ ਕਿਹਨੂੰ ਹੁੰਦੀਆਂ ਨੇ, ਹਾਸਲ ਕਿਹਨੂੰ ਹੁੰਦੀਆਂ ਨੇ? ਜਿਹੜਾ ਗਹਿਰਾਈ 'ਚ ਉਤਰਦਾ ਹੈ, ਜਿਹੜਾ ਸ਼ਬਦ ਦੇ ਵਿੱਚ ਸੁਰਤ ਕਰਕੇ, ਮਨ ਕਰਕੇ, ਹਿਰਦੇ ਕਰਕੇ ਜੁੜਦਾ ਹੈ, ਉਹ ਗੁਰੂ ਕੇ ਸ਼ਬਦ ਅੰਦਰ ਜਿਹੜੇ ਰਤਨ ਹਨ, ਜਿਹੜੇ ਹੀਰੇ ਹਨ, ਉਹਨਾਂ ਤੱਕ ਪਹੁੰਚ ਜਾਂਦਾ ਹੈ। ਜਿਹੜਾ ਨਹੀਂ ਜੁੜਿਆ ਉਹਨੂੰ ਨਹੀਂ ਪਤਾ ਲੱਗਦਾ, ਤੇ ਜਿਹਨੂੰ ਨਹੀਂ ਪਤਾ ਹੈ ਉਹਨੂੰ ਦੂਜਾ ਦੱਸ ਵੀ ਨਹੀਂ ਸਕਦਾ ਹੈ ਕਿ ਕੀ ਇਸ ਬਾਣੀ ਅੰਦਰ ਹੈ। ਇਹਦੀਆਂ ਭਾਈ ਗੁਰਦਾਸ ਜੀ ਨੇ ਬੜੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ। ਉਹ ਕਹਿੰਦੇ ਸੁਪਨ ਚਰਿੱਤਰ ਚਿੱਤਰ ਜੋਈ ਦੇਖੈ ਸੋਈ ਜਾਣੇ, ਦੂਸਰੋ ਨਾ ਜਾਣ ਪਾਵੇ ਕਹੋ ਕੈਸੇ ਜਾਣੀਐ। ਭਾਈ ਸਾਹਿਬ ਕਹਿੰਦੇ ਇੱਕ ਬੰਦਾ ਸੁਪਨਾ ਵੇਂਦਾ ਹੈ, ਹੁਣ ਉਹ ਸੁਪਨਾ ਜਿਹਨੇ ਵੇਖਿਆ ਹੈ ਉਹੀ ਜਾਣਦਾ ਹੈ ਕਿ ਉਹਨੇ ਸੁਪਨੇ 'ਚ ਕੀ ਵੇਖਿਆ। ਦੂਜਾ ਭਾਵੇਂ ਬਿਲਕੁਲ ਉਹਦੇ ਨਾਲ ਹੀ ਸੁੱਤਾ ਹੋਵੇ, ਦੂਜੇ ਨਾਲ ਦੇ ਨੂੰ ਪਤਾ ਕੋਈ ਨਹੀਂ ਹੁੰਦਾ ਇਹਨੇ ਸੁਪਨੇ 'ਚ ਕੀ ਵੇਖਿਆ, ਜਾਂ ਨਾਲ ਦੇ ਨੂੰ ਆਏ ਸੁਪਨੇ 'ਚ ਦੂਜਾ ਨਹੀਂ ਦੱਸ ਸਕਦਾ ਉਹਨੇ ਕੀ ਵੇਖਿਆ। ਕਹਿੰਦੇ ਸੁਪਨੇ 'ਚ ਜੋ ਜਿਹਨੇ ਵੇਖਿਆ ਕੇਵਲ ਉਹੀ ਜਾਣਦਾ ਹੈ, ਦੂਜਾ ਨਹੀਂ। ਫਿਰ ਦੂਜੀ ਉਦਾਹਰਣ ਭਾਈ ਗੁਰਦਾਸ ਸਾਹਿਬ ਜੀ ਨੇ ਦਿੱਤੀ। ਅੱਜ ਦੇ ਸਮੇਂ ਦੇ ਸਾਡੇ ਸਾਧਨ ਵੱਖਰੇ ਹਨ, ਪੁਰਾਣੇ ਸਮਿਆਂ ਦੇ ਸਾਧਨ ਦੀ ਇੱਕ ਬਾਤ ਵਿਚਾਰ ਭਾਈ ਗੁਰਦਾਸ ਸਾਹਿਬ ਕਹਿੰਦੇ ਨਾਲ ਵਿਖੇ ਬਾਤ ਕੀਏ ਸੁਨੀਅਤ ਕਾਨ ਦੀਏ, ਬਕਤਾ ਉਹ ਸਰੋਤਾ ਬਿਨ ਦੂਸਰੋ ਨਾ ਮਾਨੀਐ। ਉਹ ਕਹਿੰਦੇ ਪਾਈਪ ਦੇ ਵਿੱਚ ਇੱਕ ਪਾਸੇ ਇੱਕ ਬੰਦਾ ਬੋਲ ਰਿਹਾ ਹੈ, ਉਹ ਪਾਈਪ ਕਾਫੀ ਲੰਬੀ ਹੈ, ਦੂਜੇ ਪਾਸੇ ਦੂਜਾ ਬੰਦਾ ਉਹਨੇ ਕੰਨ ਲਗਾਇਆ, ਜਿਵੇਂ ਬੱਚੇ ਅਕਸਰ ਕਰਦੇ ਹਨ। ਇੱਕ ਪਾਸੇ ਪਾਈਪ 'ਚ ਇੱਕ ਬੱਚਾ ਬੋਲਦਾ ਹੈ, ਦੂਜੇ ਪਾਸੇ ਉਹ ਸੁਣ ਰਿਹਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਹੁਣ ਉਹ ਜੋ ਉਸ ਪਾਈਪ ਦੇ ਵਿੱਚ ਗੱਲਬਾਤ ਹੋਈ ਹੈ, ਉਹ ਜਾਂ ਤੇ ਕਹਿਣ ਵਾਲਾ ਜਾਣਦਾ ਹੈ, ਜਾਂ ਜਿਹਨੇ ਦੂਜੇ ਪਾਸੇ ਕੰਨ ਲਗਾ ਕੇ ਸੁਣਿਆ ਉਹ ਜਾਣਦਾ, ਤੀਜੇ ਨੂੰ ਨਹੀਂ। ਆਪਾਂ ਕਹਿ ਲਈਏ ਕਿ ਫੋਨ ਤੇ ਇੱਕ ਬੰਦਾ ਗੱਲ ਕਰ ਰਿਹਾ ਹੈ, ਦੂਜਾ ਸੁਣ ਰਿਹਾ ਹੈ। ਉਹਨਾਂ ਦੋਵਾਂ ਦੇ ਵਿੱਚ ਕੀ ਗੁਫ਼ਤਗੂ ਹੋਈ ਹੈ, ਕੀ ਗੱਲਬਾਤ ਹੋਈ ਹੈ, ਉਹ ਕੇਵਲ ਉਹੀ ਦੋ ਜਾਣਦੇ ਹਨ, ਤੀਜੇ ਨੂੰ ਨਹੀਂ ਪਤਾ ਲੱਗਦਾ, ਤੀਜੇ ਨੂੰ ਨਹੀਂ ਪਤਾ ਲੱਗਦਾ।
ਭਾਈ ਸਾਹਿਬ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਜਿਵੇਂ ਸੁਪਨੇ 'ਚ ਜੋ ਜਿਨਨੇ ਵੇਖਿਆ ਕੇਵਲ ਉਹੀ ਜਾਣਦਾ ਹੈ, ਦੂਜਾ ਨਹੀਂ ਹੈ। ਜਿਵੇਂ ਕਿਸੇ ਪਾਈਪ ਜਾਂ ਅੱਜ ਦੇ ਸਮੇਂ 'ਚ ਫੋਨ 'ਚ ਦੋ ਜਾਣਿਆਂ ਨੇ ਜੋ ਗੱਲਬਾਤ ਕੀਤੀ ਕੇਵਲ ਉਹੀ ਜਾਣਦੇ ਨੇ, ਕੋਈ ਹੋਰ ਨਹੀਂ ਹੈ। ਇਨ ਬਿਨ ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਜਿਨਨੇ ਸ਼ਬਦ ਦੇ ਰਸ ਨੂੰ ਮਾਣਿਆ ਹੈ ਉਹੀ ਸ਼ਬਦ ਦੀ ਵਡਿਆਈ ਨੂੰ ਜਾਣਦਾ ਹੈ, ਕੋਈ ਦੂਜਾ ਜਾਣ ਨਹੀਂ ਸਕਦਾ ਹੈ, ਕੋਈ ਦੂਜਾ ਨਹੀਂ ਸਮਝ ਸਕਦਾ ਹੈ ਕਿ ਕਿਹੜਾ ਰਤਨ ਹੈ ਜੀ ਬਾਣੀ 'ਚ, ਕਿਹੜਾ ਹੀਰਾ ਹੈ ਜੀ ਬਾਣੀ 'ਚ। ਕੁਝ ਚੀਜ਼ਾਂ ਅੱਖਰਾਂ ਸ਼ਬਦਾਂ ਦੇ ਨਾਲ ਆਪਾਂ ਦੱਸ ਸਕਦੇ ਹਾਂ, ਕੁਝ ਚੀਜ਼ਾਂ ਨੂੰ ਮਾਣਿਆ ਜਾ ਸਕਦਾ ਹੈ, ਬਿਆਨਿਆ ਨਹੀਂ ਜਾ ਸਕਦਾ, ਵਿਆਖਿਆ ਨਹੀਂ ਕੀਤੀ ਜਾ ਸਕਦੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਗੁਰੂ ਦਾ ਸ਼ਬਦ ਬੜਾ ਅਮੁੱਲਕ ਰਤਨ ਹੈ, ਬੜਾ ਅਮੁੱਲਕ ਰਤਨ ਹੈ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਮਹਾਰਾਜ ਕਹਿੰਦੇ ਜੇ ਇਹ ਸ਼ਬਦ ਰੂਪੀ ਰਤਨ ਨੂੰ ਤੂੰ ਗ੍ਰਹਿਣ ਕਰਨਾ ਚਾਹੁੰਦਾ ਹੈ ਤੇ ਬਿਰਤੀ ਹੰਸ ਵਰਗੀ ਬਣਾਉਣੀ ਪਏਗੀ, ਹੰਸ ਵਰਗੀ। ਜਿਹੜੇ ਹੰਸ ਦੀ ਖੁਰਾਕ ਰਤਨ ਹੈ, ਹੀਰੇ ਹਨ, ਜੇ ਬਗਲੇ ਵਰਗੀ ਬਿਰਤੀ ਬਣੀ ਰਹੇਗੀ ਤੇ ਫਿਰ ਤੇ ਹੋ ਸਕਦਾ ਬੰਦਾ ਸੰਗਤ ਦੇ, ਕਿਉਂਕਿ ਜੇ ਬਗਲਾ ਮਾਨ ਸਰੋਵਰ ਤੇ ਵੀ ਚਲਿਆ ਜਾਏ ਜਿੱਥੇ ਹੰਸਾਂ ਦਾ ਵਾਸਾ ਹੈ, ਜਿੱਥੋਂ ਹੰਸ ਰਤਨ ਰੂਪੀ ਖੁਰਾਕ ਖਾਂਦੇ ਨੇ, ਉੱਥੇ ਮੰਨ ਲਓ ਬਗਲਾ ਵੀ ਚਲਿਆ ਜਾਏ। ਹੁਣ ਇਹਦਾ ਇਹ ਮਤਲਬ ਨਹੀਂ ਹੈ ਕਿ ਮਾਨ ਸਰੋਵਰ ਤੇ ਜਾ ਕੇ ਤੇ ਬਗਲਾ ਵੀ ਕੋਈ ਡੱਡੀਆਂ ਮੱਛੀਆਂ ਨੂੰ ਛੱਡ ਕੇ ਤੇ ਹੀਰੇ ਰਤਨ ਖਾਣ ਲੱਗ ਜਾਏਗਾ। ਉਹਦੀ ਤਾਂ ਖੁਰਾਕ ਉਹੀ ਹੈ, ਉਹਨੇ ਉੱਥੇ ਵੀ ਜਾ ਕੇ ਉਹੀ ਲੱਭਣਾ ਹੈ। ਤੇ ਜੇ ਇੱਕ ਹੰਸ ਮਾਨ ਸਰੋਵਰ ਨੂੰ ਛੱਡ ਕੇ ਕਿਸੇ ਸਧਾਰਨ ਛੱਪੜੀ ਤੇ ਆ ਜਾਂਦਾ, ਇਹਦਾ ਇਹ ਮਤਲਬ ਨਹੀਂ ਹੈ ਕਿ ਉਹ ਹੁਣ ਉੱਥੋਂ ਡੱਡੀਆਂ ਮੱਛੀਆਂ ਖਾਣ ਲੱਗ ਜਾਏ। ਜੋ ਉਹਦੀ ਖੁਰਾਕ ਹੈ ਉਹਨੇ ਉਹੀ ਖਾਣਾ ਹੈ। ਜੇ ਮਨਮੁਖ ਮਾੜੀ ਬਿਰਤੀ ਵਾਲਾ ਬੰਦਾ ਗੁਰਸੰਗਤ ਦੇ ਵਿੱਚ ਵੀ ਪਹੁੰਚ ਜਾਏ ਨਾ, ਜਿਹੜਾ ਬਾਹਰ ਨਿੰਦਿਆ ਚੁਗਲੀ ਬੇਈਮਾਨੀ ਦੀ ਖੁਰਾਕ ਖਾਂਦਾ ਹੈ, ਉਹ ਇੱਥੇ ਆ ਕੇ ਵੀ ਉਹੀ ਕੁਝ ਲੱਭੇਗਾ, ਇੱਥੇ ਵੀ ਉਹੀ ਕੁਝ ਕਰ। ਇਸੇ ਨੂੰ ਤੇ ਗੁਰੂ ਨੇ ਕਿਹਾ ਹੈ ਕਿ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਾਈ ਬਹੁ ਰੋੜ ਕਚੋੜਾ। ਉਹ ਭਾਵੇਂ ਇੱਥੇ ਵੀ ਆ ਜਾਏ ਨਾ, ਉਹਦਾ ਧਿਆਨ ਸ਼ਬਦ ਵਾਲੇ ਪਾਸੇ ਨਹੀਂ ਲੱਗਦਾ, ਉਹਦਾ ਧਿਆਨ ਬਾਣੀ ਵਾਲੇ ਪਾਸੇ ਨਹੀਂ ਲੱਗਦਾ ਹੈ। ਉਹ ਤਾਂ ਜਿਵੇਂ ਕਹਿੰਦੇ ਤਿੰਨ ਤਰ੍ਹਾਂ ਦੇ ਸਰੋਤੇ, ਊਂਗੇ ਸੂੰਗੇ ਤੇ ਡੂੰਘੇ। ਉਹ ਤਾਂ ਫਿਰ ਸੂੰਘਿਆਂ ਚੋਂ ਹੁੰਦਾ ਹੈ, ਬਸ ਇੱਧਰ ਉੱਧਰ ਸੂੰਘਦਾ ਹੀ ਰਹਿੰਦਾ, ਕੀ ਹੋ ਰਿਹਾ, ਕੌਣ ਆ ਰਿਹਾ, ਕੌਣ ਜਾ ਰਿਹਾ, ਕਿੰਨੇ ਕਿੱਦਾਂ ਦੇ ਕੱਪੜੇ ਪਾਏ ਨੇ, ਬਸ ਇਹਨਾਂ ਚੀਜ਼ਾਂ ਤੇ ਧਿਆਨ। ਸ਼ਬਦ ਨਾ ਸੁਣਈ, ਜੋ ਸੁਣਨ ਦੇ ਲਈ ਗੁਰਸੰਗਤ ਦੇ ਵਿੱਚ ਆਉਂਦੇ ਹਾਂ ਉਹ ਨਹੀਂ। ਕਾਰਨ ਕੀ ਹੈ? ਉਹਦੀ ਸ਼ਬਦ ਖੁਰਾਕ ਹੀ ਨਹੀਂ ਹੈ। ਜਿਵੇਂ ਬਗਲਾ ਮਾਨ ਸਰੋਵਰ ਤੇ ਵੀ ਚਲਾ ਗਿਆ, ਉੱਥੇ ਰਤਨ ਥੋੜਾ ਖਾਏਗਾ, ਉੱਥੇ ਵੀ ਡੱਡੀਆਂ ਮੱਛੀਆਂ ਹੀ ਲੱਭੇਗਾ, ਜੋ ਉਹਦੀ ਖੁਰਾਕ ਹੈ। ਤੇ ਇਸੇ ਤਰ੍ਹਾਂ ਜੇ ਕੋਈ ਗੁਰਮੁਖ ਬਿਰਤੀ ਵਾਲਾ ਬੰਦਾ ਇੱਧਰ ਉੱਧਰ ਕਿਸੇ ਐਸੀ ਜਗ੍ਹਾ ਤੇ ਵੀ ਪਹੁੰਚ ਜਾਏ ਨਾ ਜਿੱਥੇ ਸਾਕਤਾਂ ਦਾ ਇਕੱਠ ਹੈ, ਇਹਦਾ ਇਹ ਮਤਲਬ ਨਹੀਂ ਹੈ ਕਿ ਉਹ ਉੱਥੇ ਜਾ ਕੇ ਤੇ ਸਾਕਤਾਂ ਵਾਲੇ ਕਰਮ ਕਰਨੇ ਸ਼ੁਰੂ ਕਰ ਦੇਵੇਗਾ। ਉਹ ਉੱਥੇ ਜਾ ਕੇ ਵੀ ਰੱਬ ਦੀਆਂ ਹੀ ਗੱਲਾਂ ਕਰੇਗਾ, ਮਾਲਕ ਦੇ ਨਾਮ, ਮਾਲਕ ਦੀ ਇਬਾਦਤ ਦੇ ਵਿੱਚ ਹੀ ਜੁੜੇਗਾ, ਕਿਉਂਕਿ ਉਹਦੀ ਖੁਰਾਕ ਉਹ ਹੈ। ਮਹਾਰਾਜ ਕਹਿੰਦੇ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਗੁਰਮੁਖ ਸੰਤ ਗੁਰੂ ਕੇ ਸ਼ਬਦ ਚੋਂ ਨਾਮ ਰਤਨ ਨੂੰ ਲੱਭਦੇ ਹਨ ਤੇ ਆਪਣੇ ਅੰਦਰ ਨੂੰ ਤ੍ਰਿਪਤ ਕਰਦੇ ਨੇ। ਕਿਉਂਕਿ ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਇਹ ਗੁਰੂ ਦੇ ਸ਼ਬਦ ਦਾ, ਬਾਣੀ ਦਾ, ਉਪਦੇਸ਼ ਦਾ ਰਤਨ ਸਾਡੇ ਅੰਦਰ ਜਾਂਦਾ ਹੈ ਨਾ, ਫਿਰ ਅੰਦਰ ਤੋਂ ਵੀ ਬੜੇ ਤਰ੍ਹਾਂ ਦੇ ਰਤਨ ਪ੍ਰਗਟ ਹੁੰਦੇ ਨੇ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਉ। ਜਿਹਦੇ ਮਨ 'ਚ ਗੁਰੂ ਦਾ ਸ਼ਬਦ ਰੂਪੀ ਰਤਨ ਵਸ ਗਿਆ ਨਾ, ਉਹ ਤਾਂ ਫਿਰ ਸ਼ਬਦ ਦੇ ਵਿੱਚ ਹੀ ਸਮਾ ਜਾਂਦਾ, ਉਹਦਾ ਫਰਕ ਕੋਈ ਨਹੀਂ ਰਹਿੰਦਾ ਹੈ ਮਾਲਕ ਤੋਂ, ਗੁਰੂ ਤੋਂ। ਜਿਵੇਂ ਭਾਈ ਲਹਿਣਾ ਗੁਰੂ ਨਾਨਕ ਜੀ ਦੇ ਚਰਨਾਂ 'ਚ ਆਏ, ਗੁਰੂ ਨਾਨਕ ਜੀ ਦੇ ਉਪਦੇਸ਼ ਦੇ ਨਾਲ ਜੁੜ ਗਏ, ਗੁਰੂ ਨਾਨਕ ਜੀ ਦੇ ਬਚਨਾਂ ਦੇ ਨਾਲ, ਬਾਣੀ ਦੇ ਨਾਲ ਜੁੜ ਗਏ।
ਤੇ ਗੁਰੂ ਨਾਨਕ ਰੂਪ ਹੀ ਬਣ ਗਏ। ਕੋਈ ਫਰਕ ਨਾ ਰਿਹਾ, ਕੋਈ ਅੰਤਰ ਨਾ ਰਿਹਾ। ਕਾਰਨ ਕੀ ਸੀ? ਜਿੱਥੇ ਜੁੜਨਾ ਚਾਹੀਦਾ ਸੀ, ਲਹਿਣਾ ਜੀ ਦਾ ਧਿਆਨ, ਮਨ, ਸੁਰਤ ਉਸ ਮੂਲ ਤੇ ਉਸ ਧੁਰੇ ਤੇ ਜੁੜ ਗਏ ਤੇ ਸਮਾ ਗਏ। ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਮਹਾਰਾਜ ਕਹਿੰਦੇ ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ। ਜਿਹਦੇ ਮਨ ਤੇ ਗੁਰੂ ਦੇ ਸ਼ਬਦ ਰਤਨ ਦਾ ਪ੍ਰਭਾਵ, ਜਿਹਦੇ ਮਨ 'ਚ ਗੁਰੂ ਦਾ ਸ਼ਬਦ ਰਤਨ ਵਸ ਜਾਂਦਾ ਹੈ, ਉਹ ਗੁਰੂ ਦੇ ਸ਼ਬਦ ਦੇ ਵਿੱਚ ਹੀ ਸਮਾ ਜਾਂਦਾ, ਸ਼ਬਦ ਰੂਪ ਹੀ ਬਣ ਜਾਂਦਾ ਹੈ। ਅਭੇਦਤਾ ਹੋ ਜਾਂਦੀ ਹੈ, ਇੱਕ ਮਿਕਤਾ। ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਓ। ਜਿਹਦਾ ਮਨ ਗੁਰੂ ਦੇ ਸ਼ਬਦ ਦੇ ਨਾਲ ਮਿਲ ਗਿਆ, ਜੁੜ ਗਿਆ, ਉਸ ਗੁਰਮੁਖ ਦੇ ਅੰਦਰ ਫਿਰ ਹਮੇਸ਼ਾ ਸੱਚੇ ਵਾਹਿਗੁਰੂ ਦਾ ਪਿਆਰ ਬਣਿਆ ਰਹਿੰਦਾ ਹੈ। ਜਿਹਦਾ ਮਨ ਸੰਸਾਰ ਦੇ ਬੋਲਾਂ 'ਚ ਲੱਗਿਆ ਹੈ, ਸੰਸਾਰ ਦੇ ਵਿਹਾਰਾਂ 'ਚ ਲੱਗਿਆ ਹੈ, ਸੰਸਾਰ ਦੇ ਪਦਾਰਥਾਂ 'ਚ ਲੱਗਿਆ ਹੈ, ਉਸ ਬੰਦੇ ਦਾ ਪਿਆਰ ਵੀ ਸੰਸਾਰ ਦੇ ਪਦਾਰਥਾਂ ਜਾਂ ਸੰਸਾਰ ਦੇ ਨਾਲ ਹੋਏਗਾ। ਪਰ ਜਿਹਦਾ ਪਿਆਰ, ਜਿਹਦਾ ਧਿਆਨ ਗੁਰ ਸ਼ਬਦ ਦੇ ਵਿੱਚ ਜੁੜਿਆ ਹੈ, ਉਹਦੀ ਪ੍ਰੀਤ ਵੀ ਪਰਮੇਸ਼ਰ ਦੇ ਨਾਲ, ਸੱਚੇ ਦੇ ਨਾਲ ਹੋਏਗੀ। ਮਹਾਰਾਜ ਕਹਿੰਦੇ ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪਹਿਰ ਪ੍ਰਭ ਜਾਨੋ ਨੇਰੇ। ਹੈ ਮੇਰੇ ਮਨਾ, ਏਦਾਂ ਦੀ ਪ੍ਰੀਤ ਰੱਬ ਦੇ ਨਾਲ ਬਣਾ ਲੈ ਕਿ ਅੱਠੇ ਪੈਰ ਤੈਨੂੰ ਏਦਾਂ ਮਹਿਸੂਸ ਹੋਵੇ ਕਿ ਰੱਬ ਮੇਰੇ ਨਾਲ ਹੈ। ਹੁਣ ਉਹ ਪ੍ਰੀਤ ਦਾ ਸਿਖਰ ਹੈ, ਤੇ ਉਹ ਅਵਸਥਾ ਬਣਦੀ ਹੈ ਉਦੋਂ ਜਦੋਂ ਬੰਦਾ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਤੇ ਆਪਣੇ ਜੀਵਨ 'ਚੋਂ ਅਗਿਆਨ ਅੰਧੇਰ ਵਿਨਾਸ਼ ਕਰ ਲੈਂਦਾ ਹੈ। ਫਿਰ ਪਤਾ ਲੱਗਦਾ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਆਠ ਪਹਿਰ ਪ੍ਰਭ ਜਾਨੋ ਨੇਰੇ, ਅੱਠੇ ਪਹਿਰ ਮਾਲਕ ਨਾਲ ਹੀ ਲੱਗਦਾ ਹੈ। ਕਦੇ ਇਹ ਨਹੀਂ ਲੱਗਦਾ ਕਿ ਮੈਂ ਮਾਲਕ ਤੋਂ ਦੂਰ ਹਾਂ, ਮੈਂ ਮਾਲਕ ਤੋਂ ਵਿਛੜਿਆ ਪਿਆ ਹਾਂ। ਫਿਰ ਪਤਾ ਲੱਗਦਾ ਹੈ ਕਿ ਮਾਲਕ ਮੇਰੇ ਅੰਦਰ, ਮੈਂ ਮਾਲਕ ਦੇ ਅੰਦਰ ਵਸ ਰਿਹਾ ਹਾਂ। ਬਸ ਅੰਦਰ ਬਾਹਰ ਉਹੀ ਐ, ਸੋ ਅੰਤਰ ਸੋ ਬਾਹਰ, ਅਨੰਤ ਘਟ ਘਟ ਵਿਆਪ ਰਹਿਆ। ਪਰ ਇਹ ਜਿਹੜੀ ਸੱਚੇ ਦੀ ਸੱਚੀ ਪ੍ਰੀਤ ਹੈ ਨਾ, ਗੁਰੂ ਕਹਿੰਦੇ ਇਹ ਪ੍ਰੀਤ ਬਣਦੀ ਹੈ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ। ਜਿੰਨੀ ਦੇਰ ਤੱਕ ਸ਼ਬਦ ਨਾ ਸੁਣੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਜਿੰਨੀ ਦੇਰ ਬੰਦਾ ਗੁਰੂ ਦੇ ਸ਼ਬਦ ਦੇ ਨਾਲ ਨਹੀਂ ਜੁੜਦਾ, ਓਨੀ ਦੇਰ ਤੱਕ ਅਗਿਆਨੀ ਹੈ, ਓਨੀ ਦੇਰ ਤੱਕ ਬੋਲਾ ਹੈ, ਓਨੀ ਦੇਰ ਤੱਕ ਤੇ ਗੁਰੂ ਕਹਿੰਦੇ ਉਹਦਾ ਸੰਸਾਰ ਦੇ ਵਿੱਚ ਆਇਆ ਨਾ ਆਇਆ ਇੱਕ ਬਰਾਬਰ ਹੈ। ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦੈ ਜਗ ਬੋਰਾਨਾ। ਸ਼ਬਦ ਗਿਆਨ ਤੋਂ ਬਿਨਾਂ ਤੇ ਜਗਤ ਬੋਰਾ ਹੈ, ਕਮਲਾ ਹੈ, ਤੇ ਬਸ ਭਟਕਣਾ 'ਚ ਹੀ ਪਿਆ ਰਹਿੰਦਾ ਹੈ। ਜਿਨ੍ਹਾਂ ਦਾ ਸ਼ਬਦ ਦੇ ਨਾਲ ਮਨ ਜੁੜ ਗਿਆ, ਸੱਚੇ ਲਾਇਆ ਭਾਓ, ਉਹਨਾਂ ਦਾ ਸੱਚੇ ਵਾਹਿਗੁਰੂ ਦੇ ਨਾਲ ਪਿਆਰ ਬਣਦਾ ਹੈ। ਅੱਗੇ ਫਿਰ ਪਾਤਸ਼ਾਹ ਕਹਿੰਦੇ ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ। ਜਿਹਨੂੰ ਵਾਹਿਗੁਰੂ ਨੇ ਆਪ ਰਹਿਮਤ ਕਰਕੇ ਸਮਝ ਬਖਸ਼ ਦਿੱਤੀ ਨਾ, ਗਿਆਨ ਹਾਸਲ ਕਰਨਾ ਵੱਖਰੀ ਗੱਲ ਹੈ, ਪਰ ਵਾਕਿਆ ਕਿਸੇ ਚੀਜ਼ ਨੂੰ ਸਮਝ ਲੈਣਾ। ਕਈ ਵਾਰ ਬੱਚਾ ਹੈ, ਅਧਿਆਪਕ ਕੋਲੋਂ ਪੜ੍ਹ ਰਿਹਾ ਹੈ, ਇੱਕੋ ਗੱਲ ਟੀਚਰ ਨੂੰ ਵਾਰ-ਵਾਰ ਰਿਪੀਟ ਕਰਨੀ ਪੈਂਦੀ ਹੈ। ਗੱਲ ਕੀ ਹੈ? ਜੋ ਬੱਚੇ ਨੂੰ ਸਮਝਾਉਣਾ ਚਾਹੁੰਦਾ ਹੈ ਅਧਿਆਪਕ, ਬੱਚੇ ਨੂੰ ਸਮਝ ਨਹੀਂ ਲੱਗ ਰਹੀ ਹੈ। ਗੱਲ ਉਹੀ ਟੀਚਰ ਦੁਬਾਰਾ ਰਿਪੀਟ ਕਰਦਾ, ਫਿਰ ਤੀਜੀ ਵਾਰ ਚੌਥੀ ਵਾਰ ਵੀ ਰਿਪੀਟ ਕਰਨਾ ਪੈਂਦਾ ਹੈ, ਕਿਉਂਕਿ ਸਮਝ ਨਹੀਂ ਲੱਗ ਰਹੀ ਹੈ। ਤੇ ਜਦੋਂ ਸਮਝ ਲੱਗ ਜਾਂਦੀ ਹੈ ਫਿਰ ਦੁਬਾਰਾ ਰਿਪੀਟ ਕਰਨ ਦੀ ਲੋੜ ਨਹੀਂ ਪੈਂਦੀ ਹੈ। ਮਹਾਰਾਜ ਕਹਿੰਦੇ ਕਈ ਵਾਰ ਸੁਣਿਆ ਵੀ ਬੰਦਾ ਸਮਝ ਨਹੀਂ ਪਾਉਂਦਾ ਹੈ ਜੋ ਸਮਝਣਾ ਚਾਹੀਦਾ ਹੈ। ਹੁਣ ਆਪਾਂ ਜਿਵੇਂ ਗੁਰੂ ਕੀ ਬਾਣੀ ਹੈ, ਰੋਜ਼ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਜਾਂ ਮੂਲ ਮੰਤਰ ਪੜ੍ਹਦੇ ਹਾਂ, ਹੋਰ ਬਾਣੀਆਂ ਦਾ ਪਾਠ ਕਰਦੇ ਹਾਂ। ਕਈ ਵਾਰ ਸਾਰੀ ਜ਼ਿੰਦਗੀ ਵੀ ਬਾਣੀ ਪੜ੍ਹਦਿਆਂ ਬੰਦਾ ਸਮਝ ਨਹੀਂ ਪਾਉਂਦਾ ਹੈ ਕਿ ਗੁਰੂ ਇਹਦੇ 'ਚੋਂ ਸਮਝਾ ਕੀ ਰਹੇ ਹਨ। ਗੁਰੂ ਇਸ ਬਾਣੀ ਦੇ ਰਾਹੀਂ ਸਾਨੂੰ ਗਿਆਨ ਕੀ ਬਖਸ਼ ਰਹੇ ਹਨ। ਈਵਨ ਪੜ੍ਹਨਾ ਵੱਖਰੀ ਗੱਲ ਹੈ, ਕਈ ਵਾਰ ਵਿਆਖਿਆ ਕਰਦਿਆਂ ਵੀ ਉਹ ਚੀਜ਼ਾਂ ਸਾਡੀ ਪਕੜ ਦੇ ਵਿੱਚ ਨਹੀਂ ਆਉਂਦੀਆਂ ਹਨ ਕਿ ਗੁਰੂ ਕੀ ਕਹਿਣਾ ਚਾਹੁੰਦੇ ਹਨ, ਗੁਰੂ ਕੀ ਮੈਸੇਜ, ਕੀ ਸੰਦੇਸ਼ ਬਖਸ਼ ਰਹੇ ਹਨ।
ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਸਮਝ ਉਹਨੂੰ ਪੈਂਦੀ ਹੈ ਜਿਸ ਨੂੰ ਦੇ ਬੁਝਾਏ, ਜਿਹਨੂੰ ਵਾਹਿਗੁਰੂ ਆਪ ਸਮਝ ਬਖਸ਼ੇ ਨਾ ਉਹੀ ਸਮਝ ਸਕਦਾ ਹੈ। ਜਿਹਨੂੰ ਉਹਨੇ ਆਪ ਸਮਝ ਨਹੀਂ ਬਖਸ਼ੀ ਹੈ ਉਹ ਹੋ ਸਕਦਾ ਨੇੜੇ ਨੇੜੇ ਭਟਕਦਾ ਰਵੇ ਪਰ ਉੱਥੋਂ ਤੱਕ ਨਾ ਪਹੁੰਚ ਸਕੇ ਜਿੱਥੋਂ ਤੱਕ ਪਹੁੰਚਣਾ ਹੈ। ਤੇ ਜਿਹਨੂੰ ਸਮਝ ਬਖਸ਼ ਦਿੱਤੀ ਮਾਲਕ ਨੇ ਉਹਨੂੰ ਪਤਾ ਲੱਗਦਾ ਹੈ ਕਿ ਆਪੇ ਹੀਰਾ ਰਤਨ ਆਪੇ, ਉਹ ਸ਼ਬਦ ਰੂਪੀ ਹੀਰਾ ਵੀ ਵਾਹਿਗੁਰੂ ਆਪ ਹੀ ਹੈ। ਤੇ ਸ਼ਬਦ ਰੂਪੀ ਹੀਰੇ ਦੇ ਅੰਦਰ ਜਿਹੜਾ ਮਾਲਕ ਦਾ ਨਾਮ ਰੂਪੀ ਰਤਨ ਹੀਰਾ ਹੈ ਉਹ ਵੀ ਮਾਲਕ ਆਪ ਹੀ ਹੈ। ਭਾਵ ਸਭ ਬ੍ਰਹਮ ਪਸਾਰਾ ਹੀ ਹੈ, ਸਭ ਮਾਲਕ ਹੀ ਮਾਲਕ ਹੈ। ਸ਼ਬਦ ਵੀ ਉਹ ਆਪ, ਸ਼ਬਦ ਦੇ ਅੰਦਰ ਦਾ ਉਪਦੇਸ਼ ਵੀ ਉਹ ਆਪ। ਮਹਾਰਾਜ ਕਹਿੰਦੇ ਇੱਕ ਨਜ਼ਰੀਆ ਹੈ, ਜਦੋਂ ਬੰਦਾ ਉਸ ਲੈਵਲ ਤੇ ਉਸ ਪੱਧਰ ਤੇ ਸੁਰਤ ਜਦੋਂ ਪਹੁੰਚ ਜਾਂਦੀ ਹੈ ਨਾ ਫਿਰ ਪਤਾ ਲੱਗਦਾ ਹੈ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ। ਉਹ ਰਸੀਆ ਵੀ ਆਪ ਹੈ, ਉਹ ਰਸ ਵੀ ਆਪ ਹੈ, ਉਹ ਰਸ ਲੈਣ ਵਾਲਾ ਵੀ ਆਪ ਹੈ, ਦੂਜਾ ਹੈ ਹੀ ਕੁਝ ਨਹੀਂ ਹੈ। ਬਸ ਉਸ ਇੱਕ ਹੀ ਇੱਕ ਦਾ ਪਸਾਰਾ ਸਭ ਪਾਸੇ ਵਰਤ ਰਿਹਾ। ਆਪੇ ਮਾਛੀ ਮਛਲੀ ਆਪੇ ਪਾਣੀ ਜਾਲ, ਆਪੇ ਜਾਲ ਮਨਕੜਾ ਆਪੇ ਅੰਦਰ ਲਾਲ। ਮੱਛੀ ਵੀ ਆਪ, ਮੱਛੀ ਨੂੰ ਪਕੜਨ ਵਾਲਾ ਕੁੰਡਾ ਵੀ ਉਹ ਆਪ, ਜਿਹੜਾ ਮਛੇਰਾ ਮੱਛੀ ਨੂੰ ਫੜ ਰਿਹਾ ਹੈ ਉਹ ਵੀ ਉਹ ਆਪ, ਪਾਣੀ ਵੀ। ਕਹਿਣ ਦਾ ਭਾਵ ਕਿ ਜਦੋਂ ਸੋਚ ਉਸ ਪੱਧਰ ਤੇ ਪਹੁੰਚਦੀ ਹੈ ਕਿ ਸਭ ਉਸੇ ਦਾ ਪਸਾਰਾ, ਫਿਰ ਇੱਕ ਨਜ਼ਰੀਆ ਬਿਲਕੁਲ ਵੱਖਰਾ ਨਜ਼ਰੀਆ ਬਣਦਾ ਹੈ। ਪਰ ਇਹ ਬਣਦਾ ਹੈ ਉਹਨਾਂ ਦਾ ਜਿਸ ਨੂੰ ਦੇ ਬੁਝਾਏ, ਜਿਨ੍ਹਾਂ ਨੂੰ ਮਾਲਕ ਜੀ ਆਪ ਸਮਝ ਬਖਸ਼ਦੇ ਨੇ। ਤੇ ਸਮਝ ਦਾ ਰਸਤਾ ਇਹੀ ਹੈ, ਜੇ ਉਸ ਸਮਝ ਤੱਕ ਪਹੁੰਚਣਾ ਹੈ ਗੁਰੂ ਦਾ ਸ਼ਬਦ, ਸ਼ਬਦ ਦੇ ਰਾਹੀਂ ਬਾਣੀ ਦੇ ਰਾਹੀਂ ਹੀ ਸਾਡੀ ਸੁਰਤ ਦਾ ਵਿਕਾਸ ਵੀ ਹੁੰਦਾ ਹੈ ਤੇ ਬਾਣੀ ਦੇ ਰਾਹੀਂ ਹੀ ਮਾਲਕ ਜੀ ਦੀ ਕਿਰਪਾ ਬਖਸ਼ਿਸ਼ ਤੇ ਰਹਿਮਤ ਨਦਰ ਸਾਡੀ ਝੋਲੀ 'ਚ ਪੈਂਦੀ ਹੈ। ਮਹਾਰਾਜ ਅਖੀਰ 'ਚ ਕਹਿੰਦੇ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਗੁਰੂ ਦਾ ਜਿਹੜਾ ਸ਼ਬਦ ਹੈ ਰਤਨ ਰੂਪ ਹੈ, ਇਹਦੇ 'ਚ ਵਾਹਿਗੁਰੂ ਦਾ ਨਾਮ ਰੂਪੀ ਹੀਰਾ ਜੜਿਆ ਹੋਇਆ ਹੈ। ਸਮਝ ਸੂਝ ਬੂਝਤਾ ਸ਼ਬਦ ਤੋਂ ਹੀ ਪ੍ਰਾਪਤ ਹੋਣੀ ਹੈ, ਸ਼ਬਦੋਂ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ। ਭਗਤ ਅਵਸਥਾ ਤੱਕ ਵੀ ਸ਼ਬਦ ਦੇ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾ, ਗੁਰੂ ਤੋਂ ਬਿਨਾ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਕਿਹੜੇ ਗੁਰੂ ਤੋਂ ਬਿਨਾ ਸੁਰਤ ਸਿੱਧਾ ਨਹੀਂ ਸੋਚ ਸਕਦੀ ਹੈ, ਮੁਕਤ ਨਹੀਂ ਹੋ ਸਕਦੇ ਹਾਂ, ਉਹ ਹੈ ਸ਼ਬਦ ਗੁਰੂ। ਇਸ ਕਰਕੇ ਅੱਗੇ ਕਿਹਾ ਗਿਆ ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਹੇ ਮੇਰੇ ਮਨਾ ਗੁਰ ਕਰ ਸੱਚ ਵਿਚਾਰ, ਸੱਚ ਵਿਚਾਰ ਨੂੰ ਗੁਰੂ ਧਾਰਨ ਕਰ, ਸੱਚ ਵਿਚਾਰ ਦੇ ਨਾਲ ਜੁੜ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ ਅਗਨ ਕਟੈ ਸਭ ਤੇਰੇ। ਸ਼ਬਦ ਗੁਰੂ ਦੇ ਨਾਲ ਜੁੜ, ਫਿਰ ਤੇਰੇ ਅੰਦਰ ਦੇ ਪਾਪ, ਅੰਦਰ ਦੀ ਅਗਿਆਨਤਾ, ਅੰਦਰ ਦੇ ਭਰਮ ਭੁਲੇਖੇ ਖਤਮ ਹੋਣਗੇ। ਸੋ ਗੁਰੂ ਕੇ ਸ਼ਬਦ ਦੇ ਨਾਲ ਜੁੜ ਕੇ ਹੀ, ਗੁਰ ਸ਼ਬਦ ਦੇ ਧਾਰਨੀ ਬਣ ਕੇ ਹੀ ਜੀਵਨ ਦੀ ਖੇਡ ਸਫਲ ਹੋ ਸਕਦੀ ਹੈ, ਜੀਵਨ ਦੀ ਖੇਡ ਸਵਰ ਸਕਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ। ਗੁਰੂ ਕੇ ਸ਼ਬਦ ਦਾ, ਗੁਰੂ ਕੀ ਬਾਣੀ ਦਾ ਜੋ ਗਿਆਨ ਹੈ, ਚਾਨਣ ਹੈ, ਸਾਡੇ ਹਿਰਦਿਆਂ 'ਚ ਵਸੇ। ਗੁਰ ਸ਼ਬਦ ਉਪਦੇਸ਼ ਦੇ ਧਾਰਨੀ ਬਣੀਏ। ਜੋ ਗੁਰੂ ਕੀ ਬਾਣੀ ਅੰਦਰ ਨਾਮ ਦਾ ਉਪਦੇਸ਼ ਹੈ, ਸਦ ਗੁਣਾਂ ਦਾ ਉਪਦੇਸ਼ ਹੈ, ਸਦਾਚਾਰ ਦਾ ਉਪਦੇਸ਼ ਹੈ, ਨਿਰਮਲ ਕਰਮਾਂ ਦਾ ਉਪਦੇਸ਼ ਹੈ, ਉਹ ਰਤਨ ਅਸੀਂ ਚੱਖੀਏ, ਉਹ ਰਤਨਾਂ ਦੇ ਅਸੀਂ ਧਾਰਨੀ ਬਣੀਏ। ਤੇ ਧਾਰਨੀ ਤਾਂ ਹੀ ਬਣ ਸਕਦੇ ਹਾਂ ਜਿਹੜੀ ਗੱਲ ਭਾਈ ਗੁਰਦਾਸ ਸਾਹਿਬ ਕਹਿੰਦੇ ਕਿ ਤੈਸੇ ਗੁਰਬਾਣੀ ਵਿਖੈ ਸਗਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਈ। ਗੁਰਬਾਣੀ ਦੇ ਨਾਲ ਜੁੜਾਂਗੇ, ਵਿਚਾਰਾਂਗੇ, ਹਿਰਦੇ 'ਚ ਧਾਰਾਂਗੇ ਤੇ ਫਿਰ ਉਸ ਤੱਤ ਸਾਰ ਤੱਕ ਪਹੁੰਚ ਸਕਦੇ ਹਾਂ, ਜੀਵਨ ਸਫਲ ਹੋ ਸਕਦਾ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਅਗਾਧ ਬੋਧ ਗੁਰੂ ਕੀ ਬਾਣੀ ਦੀ ਵਿਚਾਰ ਕਰਦੇ ਆ। ਅਣਜਾਣ ਦਾਸਰੇ ਪਾਸੋਂ ਹੋਈਆਂ ਪੁੱਲਾਂ ਨਾ ਚਿਤਾਰਨੀਆਂ ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਰਮਕਲੀ ਮਹੱਲਾ ਤੀਜਾ। ਆਨੰਦ